ਹੈਲੋ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ। ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਵੱਡਿਆਂ ਨੂੰ ਬਜ਼ੁਰਗਾਂ ਨੂੰ ਪੈਰੀ ਪੈਂਦੇ ਆ ਜੀ। ਸੋ ਦੋਸਤੋ, ਮੇਰੀ ਸਕਰੀਨ ਦੇ ਬੈਕ ਸਾਈਡ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਇਕੱਠ ਹੈ ਜਿਹੜਾ ਇਕੱਠਾ ਹੋਇਆ ਵਾ। ਦੋਸਤ ਹੈ ਸਾਡੇ ਬੈਠੇ ਨੇ ਜੀ, ਵਰਕਰ ਸਾਥੀ ਨੇ। ਸੋ ਦੋਸਤੋ, DCM ਫੈਕਟਰੀ ਜਿਹੜੀ ਕਿ ਰੋਪੜ ਸ਼ਹਿਰ ਦੇ ਹੈੱਡ ਤੋਂ ਪਾਰ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਪੈ ਜਾਂਦੀ ਹੈ, ਬਹੁਤ ਹੀ ਵੱਡੀ ਫੈਕਟਰੀ ਹੈ। ਸੋ ਜਿਹਦੇ ਵਿੱਚ ਹੈ ਕਿ ਹਰ ਇੱਕ ਗੱਡੀ ਦੇ ਪਾਰਟ ਆ, ਜਿਹੜੇ ਹਿੱਸੇ ਆ ਉਹ ਬਣਦੇ ਨੇ। ਸੋ ਅੱਜ ਉਸੇ ਹੀ ਫੈਕਟਰੀ ਦੇ ਜਿਹੜੇ ਵਰਕਰ ਸਾਥੀ ਨੇ, ਜਿਹੜੀ ਯੂਨੀਅਨ ਹੈ, ਉਹ ਯੂਨੀਅਨ ਦੇ ਸਾਥੀ ਜਿਹੜੇ ਪਹੁੰਚੇ ਹੋਏ ਨੇ, ਬੈਠੇ ਨੇ। ਕਿਉਂਕਿ ਦੋਸਤੋ, ਇਸ ਫੈਕਟਰੀ ਦੇ ਵਿੱਚ ਘੱਟੋ ਘੱਟ 1000 ਤੋਂ ਜ਼ਿਆਦਾ ਹੀ ਜਿਹੜੇ ਵਰਕਰ ਹੈ ਕੰਮ ਕਰਦੇ ਸੀ। ਸੋ ਔਰ ਲਗਾਤਾਰ 3 ਸਾਲਾਂ ਤੋਂ, ਸੋ ਯੂਨੀਅਨ ਵਾਲਿਆਂ ਦਾ ਕਹਿਣਾ ਕਿ ਲਗਾਤਾਰ 3 ਸਾਲਾਂ ਤੋਂ ਇਹ ਜਿਹੜੀ ਫੈਕਟਰੀ ਹੈ ਮੈਨੇਜਮੈਂਟ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਬੰਦ ਕੀਤੀ ਗਈ ਹੈ। ਸੋ ਦੋਸਤੋ, ਆਪਾਂ ਸਮਝ ਸਕਦੇ ਹਾਂ ਕਿ ਜਿਸ ਇਨਸਾਨ ਨੇ ਇੱਕ ਫੈਕਟਰੀ ਨੂੰ, ਇੱਕ ਅਦਾਰੇ ਨੂੰ 5 ਸਾਲ 10 ਸਾਲ 15 ਸਾਲ ਦਿੱਤੇ ਹੋਣ, ਤਾਂ ਉਸ ਦਾ ਹੋਰ ਥਾਂ ਤੇ ਜਾ ਕੇ ਸੈੱਟ ਹੋਣਾ ਦੋਸਤੋ ਬਹੁਤ ਔਖਾ ਹੁੰਦਾ ਹੈ। ਸੋ ਇਸੇ ਲਈ ਹੈ ਕਿਉਂਕਿ ਇਸ ਫੈਕਟਰੀ ਦੇ ਜ਼ਰੀਏ ਹੀ ਠੇਕੇਦਾਰੀ ਸਿਸਟਮ, ਸਿਕਿਉਰਿਟੀ ਸਿਸਟਮ ਜਾਂ ਜਿੰਨਾ ਵੀ ਸਿਸਟਮ ਹੈ, ਸਾਰੇ 1000 ਤੋਂ ਜ਼ਿਆਦਾ ਹੀ ਹੈ ਜਿਹੜੇ ਵਰਕਰ ਸਾਥੀ ਕੰਮ ਕਰਦੇ ਸੀ। ਸੋ 1000 ਦੇ ਕਰੀਬ ਹੀ ਹੈ ਜਿਹੜੇ ਘਰਾਂ ਦਾ ਚੁੱਲ੍ਹਾ ਬਣਦਾ ਸੀ, ਜਲਦਾ ਸੀ, ਔਰ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਸੀ, ਜਿਹੜਾ ਕਿ 3 ਸਾਲਾਂ ਤੋਂ ਬਿਲਕੁਲ ਬੰਦ ਹੈ। ਸੋ ਦੋਸਤੋ, ਇਸੇ ਮਸਲੇ ਦੇ ਵਿਚਕਾਰ ਆ ਜਿਹੜੇ ਵਰਕਰ ਸਾਥੀ ਇਕੱਠੇ ਹੋਏ ਨੇ, ਕਿਉਂਕਿ ਪਿਛਲੇ ਕਈ ਸਮੇਂ ਤੋਂ ਜਿਹੜਾ ਲੋਕਡਾਊਨ ਦੇ ਕਾਰਨ ਹੈ ਸਭ ਕੁਝ ਕਲੋਜ਼ ਸੀ। ਸੋ ਇਸੇ ਕਰਕੇ ਇਹ ਇਕੱਠੇ ਹੋਏ ਨੇ, ਕਿਉਂਕਿ ਕਹਿੰਦੇ ਜਿੱਥੇ ਕੁਝ ਗਲਤ ਹੁੰਦਾ ਹੈ ਦੋਸਤੋ, ਆਵਾਜ਼ ਆ ਜਿਹੜੀ ਬੁਲੰਦ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਕਿਉਂਕਿ ਸਾਡੇ ਪੰਜਾਬ ਦਾ ਇਤਿਹਾਸ ਹੀ ਕੁਰਬਾਨੀਆਂ ਦੇ ਸਿਰ ਤੇ ਰਿਹਾ ਹੈ ਕਿ ਕੁਝ ਪਾਉਣ ਦੇ ਲਈ ਕੁਝ ਖੋਣਾ ਪੈਂਦਾ। ਕਿਉਂਕਿ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਦੇਸ਼ ਵਿੱਚ ਹੀ ਨਹੀਂ, ਬਾਹਰਲੇ ਵੱਡੇ ਵੱਡੇ ਦੇਸ਼ਾਂ ਦੇ ਵਿਚਕਾਰ ਆ ਜੋ ਇਹ ਕਿਸਾਨੀ ਅੰਦੋਲਨ ਹੈ ਜਿਹੜਾ ਚੱਲ ਰਿਹਾ ਹੈ, ਇਹ ਕਾਲੇ ਕਾਨੂੰਨ ਜਿਹੜੇ ਇਹਨਾਂ ਨੂੰ ਰੱਦ ਕਰਵਾਉਣ ਦੇ ਚੱਕਰ ਵਿਚਕਾਰ। ਸੋ ਹੋਰ ਆ ਜਿਹੜੇ ਥਾਂ ਥਾਂ ਤੇ ਧਰਨੇ ਲਾਏ ਜਾ ਰਹੇ ਦੋਸਤੋ, ਕਈ ਥਾਂ ਤੇ ਰੈਗੂਲਰ ਕਰਨ ਦੇ ਲਈ ਧਰਨੇ ਲਾਏ ਜਾ ਰਹੇ ਆ। ਲੇਕਿਨ ਇੱਥੇ ਗੱਲ ਦੇਖੋ ਦੋਸਤੋ ਕੀ ਹੈ ਕਿ ਰੈਗੂਲਰ ਹੋਣ ਤੋਂ ਬਾਵਜੂਦ ਹੈ ਜਿਹੜਾ ਲੋਕਾਂ ਨੂੰ ਇਕੱਠੇ ਹੋਣਾ ਪੈ ਰਿਹਾ, ਸੜਕਾਂ ਤੇ ਉਤਰਨਾ ਪੈ ਰਿਹਾ ਹੈ, ਕਿਉਂਕਿ 3 ਸਾਲਾਂ ਤੋਂ ਫੈਕਟਰੀ ਹੈ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਮੈਨੇਜਮੈਂਟ ਦੇ ਵੱਲੋਂ ਬੰਦ ਕੀਤੀ ਗਈ ਹੈ। ਸੋ ਉਸੇ ਮਸਲੇ ਦੇ ਵਿੱਚ ਇਕੱਠੇ ਹੋਏ ਨੇ। ਸੋ ਦੋਸਤੋ, ਇਹ ਹੈ ਕਿ ਜਦੋਂ ਗਲਤ ਕੰਮ ਹੁੰਦਾ ਹੈ ਉਸ ਨੂੰ ਸਹੀ ਕਰਨ ਦੇ ਲਈ ਤਾਂ ਇਕੱਠੇ ਹੋਣਾ ਪੈਂਦਾ ਹੈ। ਸੋ ਸਾਡੇ ਲਗਾਤਾਰ ਵਰਕਰ ਸਾਥੀ ਇਕੱਠੇ ਨੇ। ਸੋ ਦੋਸਤੋ, ਉਹਨਾਂ ਨਾਲ ਵੀ ਤੁਹਾਨੂੰ ਯੂਨੀਅਨ ਦੇ ਜਿਹੜੇ ਪ੍ਰਧਾਨ ਸਾਹਿਬ ਨੇ, ਜਿਹੜੇ ਸਾਥੀ ਆਏ ਹੋਏ ਨੇ, ਪਹੁੰਚੇ ਹੋਏ ਨੇ, ਸੋ ਆਪਾਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ। ਸੋ ਚੱਲਦੇ ਆ ਉਹਨਾਂ ਦੇ ਲਾਗੇ ਗੱਲ ਕਰਵਾਉਣ ਦੇ ਲਈ। ਚਾਲੂ ਕਰੇਗਾ ਬੋਲ ਜੀ। ਹਾਂਜੀ ਦੋਸਤੋ, ਪਿੱਛੇ ਜਿਹੜਾ ਇਹਨਾਂ ਸਾਲਾਂ ਦੇ ਵਿਚਕਾਰ ਇਸ ਦੁਨੀਆ ਤੋਂ ਵੈਸੇ ਹੀ ਚਲੇ ਗਿਆ, ਔਰ ਕਈ ਸਾਥੀ ਹੈ ਜਿਹੜੇ ਰਿਟਾਇਰ ਵੀ ਹੋ ਚੁੱਕੇ। ਸ਼ਾਇਦ ਉਹਨਾਂ ਦਾ ਹਿਸਾਬ ਕਿਤਾਬ ਜਾਂ ਤਨਖਾਹਾਂ ਦਾ ਹਿਸਾਬ ਕਿਤਾਬ ਉਹ ਕਿਸ ਤਰ੍ਹਾਂ ਦਾ ਹੈ ਜਾਂ ਕਿਸ ਤਰ੍ਹਾਂ ਦਾ ਨਹੀਂ। ਮਹਾਰਾਜਾ ਰਣਜੀਤ ਸਿੰਘ ਬਾਗ ਹੈ ਜੀ, ਮਾੜਾ ਦਿਖਾ ਦਿਓ ਕੈਮਰੇ ਨਾਲ ਮਾੜਾ ਜਿਹਾ। ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਇਕੱਠੇ ਹੋਏ ਨੇ ਦੋਸਤੋ। ਸੋ ਫੈਕਟਰੀ ਕਿਹਨਾਂ ਕਾਰਨਾਂ ਕਰਕੇ ਬੰਦ ਹੈ, ਔਰ ਕਿਹਨਾਂ ਕਾਰਨਾਂ ਇਹੋ ਜਿਹੇ ਕਿਹੜੇ ਕਾਰਨ ਨੇ ਕਿ ਬੰਦ ਕੀਤੀ ਗਈ ਹੈ, ਔਰ ਜੇ ਚੱਲੂਗੀ ਤਾਂ ਕਿਹੜੇ ਹਿਸਾਬ ਦੇ ਨਾਲ ਚੱਲੂਗੀ। ਆਪਾਂ ਕੈਮਰਾ ਲੈ ਕੇ ਚੱਲਾਂਗੇ। ਆਪਣੇ ਪ੍ਰਧਾਨ ਸਾਹਿਬ ਨੇ ਜੀ, DCM ਵਰਕਰ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ। ਪ੍ਰਧਾਨ ਸਾਹਿਬ ਪਹਿਲਾਂ ਸਾਰਿਆਂ ਦਾ ਨਾਮ ਦੱਸਿਓ ਆਪਣਾ ਜੀ। ਸਰ, ਮੈਂ DCM ਕਰਮਚਾਰੀ ਯੂਨੀਅਨ ਪ੍ਰਧਾਨ ਰਵਿੰਦਰ ਸਿੰਘ ਰਾਣਾ ਬੋਲਦਾ ਪਿਆ। ਤਾਂ ਕੁਝ ਮੇਰੇ ਸਾਥੀ ਅੱਜ ਮੇਰੇ ਨਾਲ ਸਹਿਯੋਗ ਕਰਕੇ ਖੜੇ, ਮੇਰੇ ਬਰਾਬਰ ਖੜੇ ਹੈ, ਕਿਉਂਕਿ ਇਸ ਫੈਕਟਰੀ ਨੂੰ ਲਗਭਗ 4 ਸਾਲ ਦੇ ਵਿੱਚ ਵਰਕਰ ਨੂੰ ਡਿਸਪਿਊਟ ਲਾ ਕੇ ਇਹਨੇ ਰੱਖਿਆ ਹੋਇਆ। ਲੇਕਿਨ ਅੱਜ ਜੋ ਸਥਿਤੀ ਫੈਕਟਰੀ ਦੀ ਹੈਗੀ ਹੈ DCM ਦੀ, ਉਹਦੇ ਵਿੱਚ ਇਹ ਹੈ ਕਿ ਵੀ ਕੰਪਨੀ ਨੇ ਇਨਲੀਗਲ ਲੋਕਆਊਟ 2 ਸਾਲ ਤੋਂ ਕਰ ਦਿੱਤਾ ਹੋਇਆ, ਜਿਹਦੇ ਵਿੱਚ ਕਿ ਅੱਜ ਅਸੀਂ ਇਹ ਨਾ ਤਾਂ ਕੋਰਟ ਨੇ ਇਹਨਾਂ ਨੂੰ ਕੋਈ ਪਰਮਿਸ਼ਨ ਦਿੱਤੀ ਵੀ ਹੈ, ਨਾ ਹੀ ਸਰਕਾਰ ਨੇ ਕੋਈ ਪਰਮਿਸ਼ਨ ਇਹਨਾਂ ਨੂੰ ਦਿੱਤੀ ਵੀ ਹੈ। ਠੀਕ ਹੈ। ਔਰ ਉਹਦੇ ਬਾਅਦ ਵਰਕਰ ਦਾ ਜਿਹੜਾ ਇਨਲੀਗਲ ਨੁਕਸਾਨ ਇਹਨਾਂ ਨੇ ਕੀਤਾ ਹੋਇਆ, ਟੋਟਲੀ ਸਾਰਾ ਵਰਕਰ ਦਾ ਅੱਜ ਘਰ ਬਿਠਾਇਆ ਹੋਇਆ। ਕਿਸੇ ਟਾਈਮ ਇਹਨਾਂ ਨੇ DCM ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੂੰ ਬਗੈਰ ਕਿਸੇ ਐਲੀਗੇਸ਼ਨ ਤੋਂ ਬਾਹਰ ਕੱਢਿਆ ਤਾਂ ਉਸ ਟਾਈਮ ਸਭ ਕੁਝ ਸਹਾਰਿਆ ਗਿਆ ਤਾਂ, ਔਰ ਵਰਕਰ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਕਾਨੂੰਨ ਦੀ ਹੈਲਪ ਦੇ ਨਾਲ ਸਾਨੂੰ ਰਜਿਸਟ੍ਰੇਸ਼ਨ ਨੰਬਰ ਮਿਲਿਆ ਦਾ, ਤਾਂ ਉਸ ਰਜਿਸਟ੍ਰੇਸ਼ਨ ਨੰਬਰ ਦੇ ਵਿੱਚ ਅਸੀਂ ਆ ਕੇ ਡਿਸਿਪਲਿਨ ਦੇ ਵਿੱਚ ਔਰ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਦੇ ਪਏ ਤੇ, ਜਿਹੜਾ ਕਿ ਸਾਰਿਆਂ ਲਈ ਬਰਾਬਰ ਦਾ ਅਧਿਕਾਰ ਹੈਗਾ, ਮੈਨੇਜਮੈਂਟ ਵਾਸਤੇ ਵੀ ਔਰ DCM ਕਰਮਚਾਰੀ ਯੂਨੀਅਨ ਵਾਸਤੇ ਵੀ। ਅੱਜ ਕੀ ਆ ਸਥਿਤੀ ਹੈ DCM ਕਰਮਚਾਰੀ ਯੂਨੀਅਨ ਦੀ ਕਿ ਇਹਦੀ ਜਿਹੜੀ ਗੱਲ ਹੈ ਉਹ ਕੋਈ ਵੀ ਕਰ ਨਹੀਂ ਰਿਹਾ ਹੈ। DCM ਦੀ ਗੱਲ ਨਾ ਕੋਈ ਸਰਕਾਰ ਚਾਹੁੰਦੀ ਹੈ, ਨਾ ਕੋਈ ਡਿਪਾਰਟਮੈਂਟ ਚਾਹੁੰਦਾ ਹੈ,
ਨਾ ਹੀ ਲੇਬਰ ਡਿਪਾਰਟਮੈਂਟ ਪੰਜਾਬ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਗਿਣਤੀ ਦੇ ਵਿੱਚ ਗਿਣਿਆ ਜਾਂਦਾ ਹੈ। ਲੇਕਿਨ ਲੇਬਰ ਡਿਪਾਰਟਮੈਂਟ ਜਿਹੜਾ ਹੈਗਾ ਹੈ ਉਹ ਵੀ ਕਿਤੇ ਨਾ ਕਿਤੇ DCM ਮੈਨੇਜਮੈਂਟ ਦੇ ਹੱਥ ਦੀ ਕਲਪਟਲੀ ਬਣਿਆ ਹੋਇਆ ਉਹ। ਤਾਂ ਅਸੀਂ ਚਾਹੁੰਦੇ ਹਾਂ ਕਿ ਵੀ ਜੋ ਸਾਡਾ ਨਿਆਂ ਬਣਦਾ ਸਾਨੂੰ ਮਿਲਣਾ ਚਾਹੀਦਾ ਹੈ। ਔਰ ਇਹ ਅਸੀਂ ਅੱਜ ਇੱਕ ਸ਼ਾਂਤਪੂਰਵਕ ਤਰੀਕੇ ਨਾਲ ਗੱਲ ਕਰ ਰਹੇ ਹਾਂ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਸੰਘਰਸ਼ ਤੇਜ਼ ਕਰਨਾ ਪਿਆ ਤਾਂ ਉਹਦੇ ਵਿੱਚ ਸਾਰਿਆਂ ਨਾਲੋਂ ਬੜੀ ਗੱਲ ਮੁੱਖ ਮੰਤਰੀ ਪੰਜਾਬ ਨੂੰ ਪੁੱਛਿਆ ਜਾਊਗਾ ਔਰ ਉਸ ਤੋਂ ਬਾਅਦ ਜਿਹੜੀ ਹੋਰ ਵੀ ਸਰਕਾਰਾਂ ਹੋਈਆਂ ਉਹਨਾਂ ਨੂੰ ਵੀ ਪੁੱਛਿਆ ਜਾਊਗਾ। ਬਾਕੀ ਅਸੀਂ ਸੈਂਟਰ ਤੱਕ ਵੀ ਇਸ ਚੀਜ਼ ਦੀ ਅਪਰੋਚ ਕਰ ਰਹੇ ਹਾਂ ਕਿ ਸੈਂਟਰ ਤੱਕ ਵੀ ਸਾਨੂੰ ਨਿਆਂ ਮਿਲੇ ਔਰ ਜਲਦੀ ਤੋਂ ਜਲਦੀ ਮਿਲੇ, ਕਿਉਂਕਿ ਵਰਕਰ ਇਸ ਟਾਈਮ ਬਹੁਤ ਹੀ ਪਰੇਸ਼ਾਨ ਹੈ ਔਰ ਉਹ ਅੱਗੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰ ਸਕਦਾ। ਕੱਲ੍ਹ ਨੂੰ ਜੇ ਵਰਕਰ ਔਰ ਜਥੇਬੰਦੀ ਕਿਸੇ ਵੀ ਤਰ੍ਹਾਂ ਦਾ ਕੋਈ ਡਿਸੀਜਨ ਲੈਂਦੀ ਹੈ ਤਾਂ ਮੇਰੇ ਹਿਸਾਬ ਨਾਲ ਕਿਸੇ ਡਿਪਾਰਟਮੈਂਟ ਨੂੰ, ਕਿਸੇ ਸਰਕਾਰ ਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਹਾਂ, ਜੇ ਕੋਈ ਸਮੱਸਿਆ ਹੈਗੀ ਹੈ ਤਾਂ ਅੱਜ ਆ ਕੇ ਉਹ ਸਾਡੇ ਨਾਲ ਗੱਲ ਕਰ ਸਕਦੇ ਹੈ ਔਰ ਸਾਡੇ ਕੋਲ ਹਰੇਕ ਗੱਲ ਦਾ ਜਵਾਬ ਹੈਗਾ, ਵਿਦ ਦਸਤਾਵੇਜ਼ ਹੈਗਾ ਹੈ। ਤਾਂ ਮੈਂ ਸਮਝਦਾ ਹਾਂ ਕਿ ਮੀਡੀਆ ਜਿਹੜਾ ਹੈਗਾ ਹੈ, ਮੀਡੀਆ ਵੀ ਅੱਜ ਦੀ ਡੇਟ ਵਿੱਚ ਪੰਜਾਬ ਦੇ ਮੀਡੀਆ ਨੂੰ ਹੱਲ ਕਰ ਰਿਹਾ ਹੈ। ਬਾਕੀ ਹੋਰ ਆਲ ਓਵਰ ਸਾਰੀ ਹਿੰਦੁਸਤਾਨ 'ਚ ਕਿਆ ਹੋ ਰਿਹਾ ਉਹਨੂੰ ਕੁਝ ਨਹੀਂ ਦਿਖ ਰਿਹਾ ਹੈ। ਲੇਕਿਨ ਮੀਡੀਆ ਦੇ ਵਿੱਚ ਇੱਕ ਚੀਜ਼ ਦੀ ਕਮੀ ਹੈਗੀ ਹੈ ਕਿ ਜੇ ਉਹ ਸਾਰਾ ਚੀਜ਼ ਦੇਖੇ ਤਾਂ ਸ਼ਾਇਦ ਜਿਹੜੀ DCM ਫੈਕਟਰੀ ਆ ਉਹ ਚੰਡੀਗੜ੍ਹ ਦੇ ਹਾਈਵੇ ਦੇ ਉੱਪਰ ਹੈ ਉਹ, ਔਰ ਸਾਰਾ ਚੰਡੀਗੜ੍ਹ ਦਾ ਹਾਈਵੇ ਜਿਹੜਾ ਚੱਲਦਾ ਹੈ ਉਹ ਚੰਡੀਗੜ੍ਹ ਤੇ ਪੂਰੇ ਪੰਜਾਬ ਦੇ ਵਿੱਚ ਜਾਂਦਾ ਹੈ ਕਰਮਚਾਰੀ। ਲੇਕਿਨ ਉਹਨਾਂ ਨੂੰ DCM ਦੇ ਕਰਮਚਾਰੀ ਦੀ ਯੂਨੀਅਨ ਦੀ ਕੋਈ ਵੀ ਕਿਸੇ ਕਿਸਮ ਦੀ ਉਹ ਨਹੀਂ ਦਿਖਦੀ ਪਈ ਕਿ ਵੀ ਹਾਂ ਇਹਨਾਂ ਦੀ ਵੀ ਕੋਈ ਮਜਬੂਰੀ ਹੈਗੀ ਹੈ। ਕਿਸੇ ਨੇ ਕੋਈ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। MLA ਬਲਾਚੌਰ, MLA ਰੋਪੜ ਸਾਰਿਆਂ ਨੂੰ ਮੰਗ ਪੱਤਰ ਦਿੱਤਾ ਗਿਆ, ਲੇਕਿਨ ਕਿਸੇ ਦੇ ਕੰਨ ਪਰ ਕੋਈ ਜੂੰ ਨਹੀਂ ਰਹਿੰਦੀ ਪਈ ਹੈ। ਤਾਂ ਅਸੀਂ ਇਹ ਸਮਝਦੇ ਪਏ ਜਿਹੜੇ ਸਰਕਾਰਾਂ ਇਹ ਕਹਿ ਰਹੀਆਂ ਸੀ ਕਿ ਹਾਂ ਰੋਜ਼ਗਾਰ ਨੂੰ ਸੰਭਾਲਿਆ ਜਾਊਗਾ, ਰੋਜ਼ਗਾਰ ਨੂੰ ਬਚਾ ਲਿਆ ਜਾਊਗਾ, ਤਾਂ ਅੱਜ ਉਹ ਕਿੱਥੇ ਕਾਨੂੰਨ ਉਹਨਾਂ ਦੇ ਗਏ ਹੈ ਔਰ ਕਿੱਥੇ ਸਰਕਾਰਾਂ ਦੇ ਵਾਅਦੇ ਗਏ ਹੈ। ਸਿਰਫ DCM ਕਰਮਚਾਰੀ ਯੂਨੀਅਨ ਦਾ ਇੱਕ ਹੀ ਸਵਾਲ ਹੈਗਾ, ਪੰਜਾਬ ਦੇ ਵਿੱਚ ਜੇ ਇੰਡਸਟਰੀ ਰਹਿੰਦੀ ਹੈ ਤਾਂ ਸਿਰਫ ਕਰਮਚਾਰੀ ਯੂਨੀਅਨ ਹੀ ਕਹਿ ਰਹੀ ਹੈ ਕਿ ਵੀ ਹਾਂ ਪੰਜਾਬ ਦੇ ਵਿੱਚ ਇੰਡਸਟਰੀ ਰਹਿਣੀ ਚਾਹੀਦੀ ਹੈ। ਬਾਕੀ ਸਰਕਾਰ ਦਾ ਇਹਦੇ ਵਿੱਚ ਕੋਈ ਐਸਾ ਰੋਲ ਨਹੀਂ ਦਿਖਾਈ ਦੇ ਰਿਹਾ ਕਿ ਵੀ ਹਾਂ ਸਰਕਾਰ ਵੀ ਚਾਹੁੰਦੀ ਹੋਵੇ ਕਿ ਹਾਂ DCM ਫੈਕਟਰੀ ਰਹਿਣੀ ਚਾਹੀਦੀ ਜਾਂ ਹੋਰ ਵੀ ਕੋਈ ਉਦਯੋਗ ਇੱਥੇ ਪੰਜਾਬ ਦੇ ਜਾਣਾ ਚਾਹੀਦਾ। ਇਹ ਬੜੀ ਭਾਰੀ ਗੰਭੀਰ ਸਮੱਸਿਆ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਫੈਕਟਰੀ ਦੇ ਵਿੱਚ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਔਰ ਇਸ ਫੈਕਟਰੀ ਨੂੰ ਸ਼ੁਰੂ ਕਰਨ ਦੇ ਵਿੱਚ ਪ੍ਰਾਥਮਿਕਤਾ ਦੇ ਤੌਰ ਪਰ ਕੰਮ ਕੀਤਾ ਜਾਵੇ। ਤਾਂ ਅਸੀਂ ਹਰੇਕ ਪਾਸੇ ਦੇ ਸਹਿਯੋਗ ਕਰਨ ਨੂੰ DCM ਦਾ ਕਰਮਚਾਰੀ ਕਿਆ ਸਾਰੇ ਹੀ ਇਲਾਕੇ ਦਾ ਕਰਮਚਾਰੀ ਸਹਿਯੋਗ ਕਰੂੰਗਾ। ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਆਪਣੇ ਪਰਿਵਾਰ ਦੇ ਨਾਲ ਆ ਕੇ ਗੇਟ 'ਤੇ ਪ੍ਰੋਟੈਸਟ ਕਰੂੰਗੇ ਔਰ ਫਿਰ ਉਹਦਾ ਜਵਾਬ ਸਰਕਾਰ ਦਾ ਔਰ ਡਿਪਾਰਟਮੈਂਟ ਦਾ ਹੋਊਗਾ, ਨਾ ਕਿ ਕਿਸੇ ਕਰਮਚਾਰੀ ਦਾ ਹੋਊਗਾ। ਸਾਰੀ ਦੀ ਸਾਰੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਹੈ ਉਹ ਸਰਕਾਰ ਦੀ ਹੋਊਗੀ। ਕਹਿੰਦਾ ਕਿ ਇਹ ਜ਼ਰੂਰ ਦੱਸ ਦਿਓ ਇਸ ਫੈਕਟਰੀ ਦੇ ਵਿੱਚ ਵਰਕਰ ਕਿੰਨਾ ਹੈ, ਟੋਟਲ ਵਰਕਰ ਕਿੰਨਾ? ਇਸ ਫੈਕਟਰੀ ਦੇ ਵਿੱਚ ਵਰਕਰ ਜਿਹੜਾ ਥਾ ਜੀ ਉਹ ਕੰਪਨੀ ਨੇ ਖੁਦ ਮੰਨਿਆ 705 ਬੰਦਿਆਂ ਦੀ ਇਹਨਾਂ ਨੇ ਇੱਕ ਲਿਸਟ ਕੱਢੀ ਸੀ, ਜਿਹਦੇ ਵਿੱਚ ਇਹਨਾਂ ਨੇ ਰਿਟਰੈਚਮੈਂਟ ਦੀ ਪਰਮਿਸ਼ਨ ਮੰਗੀ ਸੀ। ਉਹ ਰਿਟਰੈਚਮੈਂਟ ਦੀ ਪਰਮਿਸ਼ਨ ਇਹਨਾਂ ਨੂੰ ਨਹੀਂ ਮਿਲ ਪਾਈ ਸੀ। ਕਾਰਨ ਕਿਆ था ਕਿ ਵੀ ਜਦ ਲੌਕਆਊਟ ਇਹਨਾਂ ਦਾ ਜਿਹੜਾ ਕੀਤਾ ਹੋਇਆ ਉਹ ਇਨਲੀਗਲ था, ਤਾਂ ਰਿਟਰੈਚਮੈਂਟ ਦੀ ਪਰਮਿਸ਼ਨ ਵੀ ਇਹਨਾਂ ਨੂੰ ਮਿਲਣੀ ਨਹੀਂ ਸੀ। ਤਾਂ ਉਹਦੇ ਵਿੱਚ ਇਹ ਬੈਠ ਕੇ ਗੱਲਬਾਤ ਕਰ ਸਕਦੇ ਤੇ। ਤਾਂ ਉਹਦੇ ਵਿੱਚ ਆ ਕੇ ਅੱਜ ਗੱਲਬਾਤ ਕਰਨ ਦੇ ਵਿੱਚ ਕਿਆ ਹੈ ਕਿ ਵੀ ਮੈਨੇਜਮੈਂਟ ਚਾਹੁੰਦੀ ਨਹੀਂ ਹੈ ਵੀ ਅਸੀਂ ਇਹਦਾ ਹੱਲ ਕਰੀਏ। ਚਾਹੁਣ ਦੇ ਮਤਲਬ ਇਹ ਹੈ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਵੀ ਗੱਲਬਾਤ ਵਰਬਲੀ ਹੁੰਦੀ ਹੈ, ਉਹ ਕਹਿੰਦੇ ਵੀ ਹਾਂ ਚਲਾਣੀ ਹੈ ਜੀ। ਹੁਣ ਚਲਾਣੀ ਕਿਸ ਕੰਡੀਸ਼ਨ ਵਿੱਚ ਹੈਗੀ, ਉਹ ਕੰਡੀਸ਼ਨ ਸਾਡੇ ਸਾਹਮਣੇ ਰੱਖਣ ਲਿਆ ਕੇ ਅਸੀਂ ਗੱਲ ਕਰਾਂਗੇ ਬੈਠ ਕੇ ਉਹਨਾਂ ਨਾਲ। ਲੇਕਿਨ ਉਸ ਵਿੱਚ ਅੱਜ ਜੇ ਕੋਈ ਨਹੀਂ ਚਾਹੁੰਦਾ ਪਿਆ ਤਾਂ ਭਾਈ ਸਾਹਿਬ ਰੋਜ਼ਗਾਰ ਹੈ ਪੰਜਾਬ ਦੇ ਵਿੱਚ, ਤਾਂ ਰੋਜ਼ਗਾਰ ਦੇ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਤਾਂ ਇਹ ਸ਼ਾਇਦ ਇਸ ਚੀਜ਼ ਨੂੰ ਸਰਕਾਰ ਵੀ ਭੁੱਲੀ ਵੀ ਹੈ ਜਾਂ ਫਿਰ ਡਿਪਾਰਟਮੈਂਟ ਵੀ ਭੁੱਲੇ ਹੋਏ। ਔਰ ਅੱਜ ਕੱਲ੍ਹ ਮੈਂ ਤਾਂ ਇਹ ਦੇਖਿਆ ਕਿ ਵੀ ਡਿਪਾਰਟਮੈਂਟਾਂ ਦੀ ਵੀ ਇੰਨੀ ਹਾਲਤ ਖਰਾਬ ਹੋ ਚੁੱਕੀ ਹੈ, ਉਹ ਆਪ ਖੁਦ ਐਜੂਕੇਸ਼ਨ ਤੋਂ ਚਾਲੂ ਹੋਏ ਪਏ ਔਰ ਪ੍ਰੈਜ਼ੈਂਟ ਸਰਕਾਰ ਨੂੰ ਪੁੱਛਦੇ ਪਏ ਹੈ ਵੀ ਹਾਂ ਸਾਡਾ ਜਿਹੜਾ ਵੇਜਸ ਸਾਡਾ ਬਣਦਾ ਦਾ, ਸਾਡਾ ਜਿਹੜਾ ਇੰਕਰੀਮੈਂਟ ਬਣਦਾ ਦਾ ਸਾਨੂੰ ਦਿੱਤਾ ਗਿਆ ਨਹੀਂ ਹੈਗਾ। ਪੰਜਾਬ ਸਰਕਾਰ ਵੀ ਅੱਜ ਇਸ ਸਵਾਲਾਂ ਦੇ ਘੇਰੇ ਵਿੱਚ ਖੜੀ ਹੈ ਪੂਰੀ ਤਰ੍ਹਾਂ। ਠੀਕ ਹੈ ਜੀ। ਇਹ ਜਿਹੜਾ ਹੁਣ ਇਹ ਫੈਕਟਰੀ ਹੈ ਜਿਹਦੇ ਆਧਾਰ ਤੇ ਅੱਜ ਇਕੱਠ ਕੀਤਾ ਗਿਆ, ਆਪਾਂ ਲਈਆਂ ਥੋੜੇ ਹੀ ਆ ਵਰਕਰ ਸਾਥੀ ਆ ਜਿਹੜੇ, ਤੇ ਅਗਰ ਨਾ ਹਲੇ ਵੀ ਸੁਣਵਾਈ ਹੁੰਦੀ ਆ, ਦੋਸਤਾਂ ਨੂੰ ਰਿਕੁਐਸਟ ਕਰਾਂਗੇ ਦੋਸਤੋ ਵੀਡੀਓ ਦੇਖਦੇ ਦੇਖਦੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੂਰੇ ਮਤਲਬ ਕਿ ਵਰਲਡ ਤੱਕ ਹੀ ਨੇ ਸਾਡੇ ਕਮ ਸੇ ਕਮ ਦੇਸ਼ ਤੱਕ ਤਾਂ ਉੱਪਰ ਤੱਕ ਵੀਡੀਓ ਜ਼ਰੂਰ ਪਹੁੰਚ ਸਕੇ। ਕਿਉਂਕਿ ਇਹ ਜਿਹੜਾ ਮੁੱਦਾ ਹੈ ਕੋਈ ਛੋਟਾ ਜਿਹਾ ਮੁੱਦਾ ਨਹੀਂ, ਕਿਉਂਕਿ ਅੱਜ ਤੱਕ ਆ ਜੋ ਯੂਨੀਅਨ ਦੇ ਵੱਲੋਂ ਸਾਡੇ ਸਾਥੀਆਂ ਵੱਲੋਂ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਸੰਘਰਸ਼ ਕੀਤਾ ਗਿਆ, ਤੇ ਹੁਣ ਪ੍ਰਧਾਨ ਸਾਹਿਬ ਦਾ ਇਹ ਕਹਿਣਾ ਹੈ ਕਿ ਅਗਰ ਹੁਣ ਵੀ ਸੁਣਵਾਈ ਨਹੀਂ ਹੁੰਦੀ, ਕਿਉਂਕਿ ਜਲੰਧਰ ਤੋਂ ਲੈ ਕੇ ਬਲਾਚੌਰ ਤੋਂ ਲੈ ਕੇ ਇੱਧਰ ਚੰਡੀਗੜ੍ਹ ਤੋਂ ਲੈ ਕੇ ਹਰ ਪਾਸੇ ਜਿਹੜਾ ਪ੍ਰਸ਼ਾਸਨ ਦੇ ਕੋਲ ਪਹੁੰਚੇ ਆ, ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਆਪਣਾ ਜਿਹੜਾ ਕੰਮ ਹੈ ਕਰ ਰਹੇ ਆ। ਲੇਕਿਨ ਅਗਰ ਹੁਣ ਵੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਆ ਜਿਹੜਾ ਤਿੱਖਾ ਕੀਤਾ ਜਾਏਗਾ ਔਰ ਉਸ ਦੀ ਜ਼ਿੰਮੇਵਾਰੀ ਹੈ ਜਿਹੜੀ ਪ੍ਰਸ਼ਾਸਨ ਦੀ, ਸਰਕਾਰ ਦੀ ਔਰ ਮੈਨੇਜਮੈਂਟ ਦੀ ਹੋਵੇਗੀ। ਔਰ ਅਗਰ ਨਹੀਂ ਵੀ ਹੁੰਦੀ ਆ ਤਾਂ ਆਉਣ ਵਾਲੇ ਟਾਈਮ ਤੁਹਾਡਾ ਹੀ ਕਹਿਣਾ ਕਿ ਸੰਘਰਸ਼ ਤਿੱਖਾ ਕੀਤਾ ਜਾਏਗਾ।
ਹੋਰ ਮੇਰੇ ਦੇਖੋ ਦੋਸਤ ਆਉਣੇ ਵਾਲੇ ਸਮੇਂ ਦੀ ਜਿਹੜੀ ਗੱਲ ਮੈਨੂੰ ਪੁੱਛੀ ਜਾ ਰਹੀ ਹੈ, ਮੈਂ ਇਹ ਬਿਲਕੁਲ ਸਾਫ਼ ਲਫ਼ਜ਼ਾਂ ਵਿੱਚ ਕਲੀਅਰ ਕਰਨਾ ਚਾਹੁੰਦਾ ਕਿ ਜੇ ਅੱਜ ਸਰਕਾਰ ਪੱਲਾ ਝਾੜਦੀ ਹੈ ਔਰ ਡਿਪਾਰਟਮੈਂਟ ਪੱਲਾ ਝਾੜਦਾ ਹੈ ਤਾਂ ਇਹ ਸੰਘਰਸ਼ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਅਸੀਂ ਇਕੱਠੇ ਹੋਏ ਸੀ, ਤਾਂ ਇਹ ਸੰਘਰਸ਼ ਕਿਸ ਲੈਵਲ ਤੱਕ ਜਾਊਗਾ ਇਹ ਸ਼ਾਇਦ ਹਰੇਕ ਸਰਕਾਰ ਨੂੰ ਔਰ ਹਰੇਕ ਡਿਪਾਰਟਮੈਂਟ ਨੂੰ ਬੜਾ ਭਾਰੀ ਭੁਲੇਖਾ ਹੈ। ਇਹ ਸੰਘਰਸ਼ ਸਿੱਧਾ ਸੈਂਟਰ ਤੱਕ ਪਹੁੰਚੂਗਾ ਔਰ ਸੈਂਟਰ ਤੋਂ ਵੀ ਜਵਾਬ ਲੈ ਸਕਦਾ ਇਸ ਚੀਜ਼ ਦੀ ਵੀ ਹਾਂਜੀ, ਜੇ ਮੋਦੀ ਸਰਕਾਰ ਇਹ ਕਹਿ ਰਹੀ ਹੈ ਕਿ ਵੀ ਹਾਂਜੀ ਅਸੀਂ ਮਜ਼ਦੂਰੀ ਵਾਸਤੇ ਕੋਈ ਨਾ ਕੋਈ ਏਜੰਡਾ ਲੈ ਕੇ ਆਉਣਾ ਹੈ, ਅਸੀਂ ਕਾਨੂੰਨ ਦੇ ਮੁਤਾਬਕ ਚਲਾਉਣਾ, ਇੱਦਾਂ ਕਰਨਾ ਹੋਣਾ, ਤਾਂ ਅੱਜ ਮੋਦੀ ਸਰਕਾਰ ਵੀ ਇਸ ਚੀਜ਼ ਦੀ ਜਵਾਬਦੇਹ ਹੈ ਕਿ ਵੀ ਉਹ ਸਾਨੂੰ ਜਵਾਬ ਦੇਵੇ ਇਸ ਚੀਜ਼ ਦਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਬਰਬਾਦ ਹੋ ਰਹੀ ਹੈ, ਕਿਆ ਕਾਰਨ ਹੈ ਉਹਦਾ ਬਰਬਾਦ ਹੋਣ ਦਾ। ਔਰ ਜੇ ਸਮਝਦੇ ਆ ਵੀ ਹਾਂ ਸਾਰੇ ਦੀ ਸਾਰੀ ਰਿਸਪੌਂਸਿਬਿਲਿਟੀ ਅੱਜ ਬਾਕੀ ਜਥੇਬੰਦੀਆਂ ਪਰ ਪਾਉਂਦੇ ਪਏ, ਬਾਕੀ ਜਥੇਬੰਦੀ ਗੈਰ ਕਾਨੂੰਨੀ ਕੰਮ ਕਰਦੀ ਹੈ, ਉਹਨੇ ਕਾਨੂੰਨ ਤੋੜਿਆ, ਉਹਨੇ ਇੱਦਾਂ ਕੀਤਾ, ਉਹ ਕੀਤਾ। ਕਾਨੂੰਨ ਜੇ ਸੈਂਟਰ ਗੌਰਮੈਂਟ ਜਾਣਦੀ ਤਾਂ ਕਾਨੂੰਨ ਐਸੀ ਵੀ ਜਾਣਦੇ ਔਰ ਐਸੀ ਉਹਨੂੰ ਪੁੱਛ ਵੀ ਸਕਦੇ ਆ ਬੈਠ ਕੇ। ਤਾਂ ਇਹਦੇ ਵਿੱਚ ਸਿੱਧੀ ਦੇ ਤੌਰ ਪਰ ਮੈਂ ਕੋਸ਼ਿਸ਼ ਤਾਂ ਇਹੀ ਕਰੂੰਗਾ ਕਿ ਜਿਹੜੇ ਅੱਜ ਕਾਨੂੰਨ ਦੀ ਜ਼ਿਆਦਾ ਦੁਹਾਈ ਦਿੰਦੇ ਪਏ ਹੈ, ਅੱਜ ਜਾ ਕੇ ਅਸੀਂ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਦਈਏ ਔਰ ਜਾ ਕੇ ਉਹਨਾਂ ਨੂੰ ਪੁੱਛੀਏ ਭਾਈ ਤੁਹਾਡੇ ਕੋਲ ਕਿਹੜਾ ਕਾਨੂੰਨ ਹੈ ਜਿਹੜਾ ਇਹ ਕਹਿੰਦਾ ਵੀ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਰਹਿਣੀ ਚਾਹੀਦੀ। ਮੈਨੂੰ ਜਵਾਬ ਦਿਓ ਇਸ ਚੀਜ਼ ਦਾ। ਇਹ ਰਾਣਾ ਜੀ ਰੋਜ਼ਗਾਰ ਤੋਂ ਸਾਥੀ ਬੇਰੋਜ਼ਗਾਰ ਤਾਂ ਜ਼ਰੂਰ ਹੋ ਚੁੱਕੇ ਆ, ਤੇ ਮੇਰੇ ਖਿਆਲ ਆ ਜਿਹੜਾ ਸਮੇਂ ਦਾ ਗੈਪ ਆ ਜਦੋਂ ਤੱਕ ਫੈਕਟਰੀ ਬੰਦ ਰਹੀ ਆ, ਤਾਂ ਇਹਦੇ ਵਿੱਚ ਮੇਰੇ ਖਿਆਲ ਆ ਕਿ ਕਈ ਸਾਥੀ ਤਾਂ ਦੁਨੀਆ ਤੋਂ ਹੀ ਚਲੇ ਗਏ ਹੋਣਗੇ ਔਰ ਰਿਟਾਇਰਮੈਂਟੀਆਂ ਵੀ ਹੋ ਚੁੱਕੇ ਹੋਣੇ। ਕਿਆ ਤੁਹਾਨੂੰ ਲੱਗਦਾ ਕਿ ਰਿਟਾਇਰਮੈਂਟੀਆਂ ਦਾ ਹਿਸਾਬ ਕਿਤਾਬ ਆ ਜਿਹੜਾ ਸਾਥੀਆਂ ਦਾ ਉਹ ਸਾਰਿਆਂ ਦਾ, ਔਰ ਜਿਹੜੇ ਬੇਰੋਜ਼ਗਾਰ ਆ ਉਹਨਾਂ ਦੀਆਂ ਤਨਖਾਹਾਂ, ਇਹ ਸਾਰਾ ਕਲੀਅਰ ਆ ਜਾਂ ਹੋਣੇ ਵਾਲਾ ਜਾਂ ਹੋ ਜਾਵੇਗਾ? ਦੇਖੋ ਇਨਲੀਗਲ ਲੋਕਆਊਟ ਦੇ ਵਿੱਚ ਜੇ ਲੋਕਆਊਟ ਇਹ ਐਸੀ ਮਹਿਸੂਸ ਕਰਦੇ ਪਏ ਵੀ ਲੋਕਆਊਟ ਇਨਲੀਗਲ ਹੈ, ਕਾਰਨ ਕਿ ਵੀ ਕੋਰਟ ਦੇ ਵਿੱਚੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲ ਪਾ ਰਹੀ ਹਾਲੇ ਤੱਕ ਵੀ ਲੋਕਆਊਟ ਜਿਹੜਾ ਹੈਗਾ ਇਹਨਾਂ ਨੇ ਕੀਤਾ ਹੋਇਆ ਉਹ ਲੀਗਲ ਹੈ, ਪਹਿਲੀ ਗੱਲ। ਨੰਬਰ 2, ਜੇ ਇਹ ਅੱਜ ਹਾਈ ਕੋਰਟ ਵੀ ਜਾਂਦੇ ਹੈ ਤਾਂ ਹਾਈ ਕੋਰਟ ਨੂੰ ਵੀ ਇੱਕ ਸਵਾਲ ਖੜਾ ਹੁੰਦਾ ਮੋਹਰੇ 'ਤੇ, ਕਿਉਂਕਿ ਅਸੀਂ ਹਮੇਸ਼ਾ ਹੀ ਕਾਨੂੰਨ ਦੀ ਪਾਲਣਾ ਕੀਤੀ ਹੈ ਔਰ ਅਸੀਂ ਹਾਈ ਕੋਰਟ ਦੇ ਵਕੀਲ ਦੇ ਮੁਤਾਬਕ ਹੀ ਚੱਲਦੇ ਰਹੇ ਹਾਂ। ਤਾਂ ਹਾਈ ਕੋਰਟ ਨੂੰ ਵੀ ਅੱਜ ਇੱਕ ਸਵਾਲ ਖੜਿਆ ਹੈ ਕਿ ਹਾਈ ਕੋਰਟ ਸਾਨੂੰ ਇਹ ਜਵਾਬ ਦੇ ਦੇਵੇ ਕਿ ਵੀ ਹਾਂ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਰਹਿਣੀ ਚਾਹੀਦੀ ਔਰ ਪੰਜਾਬ ਦੇ ਵਿੱਚ ਕਿਆ ਬੇਰੁਜ਼ਗਾਰੀ ਵਧਣੀ ਚਾਹੀਦੀ ਹੈ, ਇਹ ਹਾਈ ਕੋਰਟ ਸਾਨੂੰ ਜਵਾਬ ਦੇ ਦੇਵੇ ਇਸ ਚੀਜ਼ ਦਾ। ਬਾਕੀ ਰਹਿ ਗਈ ਗੱਲ ਵਰਕਰਾਂ ਦੇ ਜੋ ਵੀ ਇਹਨਾਂ ਦਾ ਬਣਦਾ ਹੈਗਾ, ਬਣਦਾ ਕਿਆ ਹੈ ਕਿ ਵੀ ਇਹਨਾਂ ਨੂੰ ਤਾਂ ਰੋਜ਼ਗਾਰ ਚਾਹੀਦਾ, ਬਸ ਸਾਡੀ ਪ੍ਰਾਇੋਰਟੀ ਰੋਜ਼ਗਾਰ ਦੇ ਉੱਪਰ ਹੈ। ਜੇ ਇੰਡਸਟਰੀ ਹੈਗੀ ਤਾਂ ਰੋਜ਼ਗਾਰ ਮਿਲਣਾ ਚਾਹੀਦਾ, ਔਰ ਜੇ ਕਿਸੇ ਕੰਡੀਸ਼ਨ ਦੇ ਵਿੱਚ ਆ ਕੇ ਕੋਈ ਇਹ ਕਹਿੰਦਾ ਪਿਆ ਕਿ ਵੀ ਨਹੀਂ ਮੈਂ ਆਰਥਿਕ ਮੰਦੀ 'ਚ ਆ ਗਿਆ ਜਾਂ ਮੇਰਾ ਕੋਈ ਡਿਸਪਿਊਟ ਪੈਦਾ ਹੋ ਗਿਆ, ਡਿਸਪਿਊਟ ਪੈਦਾ ਕਰਨ ਦੇ ਵਿੱਚ ਮੈਨੇਜਮੈਂਟ ਨੇ ਪਹਿਲ ਕੀਤੀ ਹੈ ਔਰ ਹਮੇਸ਼ਾ ਕਰਦੀ ਆਈ ਹੈ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼ ਕਰਕੇ ਇੰਡਸਟਰੀ ਨੂੰ 2 ਵਾਰੀ ਚਲਾਇਆ ਹੈ ਤੇ ਪ੍ਰਿੰਸੀਪਲ ਸੈਕਟਰੀ ਲੇਬਰ ਦੇ ਨਾਲ ਪੰਜਾਬ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਔਰ ਉਹਨਾਂ ਨੇ ਇਸ ਚੀਜ਼ ਨੂੰ ਰਿਲਾਈਜ਼ ਕੀਤਾ ਹੈ ਕਿ ਵੀ ਹਾਂ ਵਧੀਆ ਗੱਲ ਹੋਈ ਹੈ ਵੀ ਤੁਸੀਂ 2 ਵਾਰੀ ਚਲਾਤੀ ਹੈ। ਤਾਂ ਹੁਣ ਤੀਜੀ ਵਾਰੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਿੱਦਾਂ ਵੀ ਸਰਕਾਰ ਬੈਠ ਕੇ ਤੈਅ ਕਰਨਾ ਚਾਹੂੰਗੀ, ਮੈਨੇਜਮੈਂਟ ਬੈਠ ਕੇ ਤੈਅ ਕਰਨਾ ਚਾਹੂੰਗੀ, ਵਰਕਰ ਇੱਥੇ ਦਾ ਸਾਰਾ ਸਹਿਯੋਗ ਕਰਨ ਨੂੰ ਤਿਆਰ ਬੈਠਿਆ, ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਸਹਿਯੋਗ ਕੀਤਾ ਜਾਊਗਾ ਔਰ ਜਿਹੜੇ ਉਹਨਾਂ ਦੇ ਬਣਦੇ ਬੈਨੀਫਿਟ ਹੈ ਉਹ ਉਹਨਾਂ ਨੂੰ ਮਿਲਣੇ ਚਾਹੀਦੇ ਬਸ। ਕੋਈ ਹੋਰ ਬਾਤ ਸਾਥੀ ਕੋਈ ਗੱਲ ਰਹਿੰਦੀ ਬੋਲਣਾ ਚਾਹੁੰਦੇ ਜੀ? ਜਿਹੜਾ ਐਮਐਲਏ ਦਾ ਉਹਨੇ ਖਬਰ ਲਾਈ ਸੀ ਨਾ ਉਹ 19 ਮਾਰਚ ਨੂੰ ਲਾਈ ਸੀ ਵੀ ਮੈਂ ਆਪਣੇ ਹੱਕ 'ਚ ਗੱਲ ਲਾਉਂਗਾ। ਹਾਂਜੀ ਹਾਂਜੀ ਉਹ ਹਾਲ ਤੱਕ ਦੁਆ ਨਹੀਂ ਹੱਥ ਹਾਂਜੀ ਆ ਜਾਓ ਤੁਸੀਂ ਗੱਲ ਬੋਲੋ ਅੱਗੇ। ਅੱਜ 2 ਸਾਲ ਹੋ ਗਏ ਆ ਰੋਜ਼ਗਾਰ ਬੰਦ ਹੋਏ ਪਏ ਨੂੰ, ਤੇ ਸਾਡੇ ਕਿਸੇ ਵੀ ਸਾਥੀ ਨੂੰ 1 ਵੀ ਰੁਪਈਆ ਕੰਪਨੀ ਵੱਲੋਂ ਨਹੀਂ ਮਿਲਿਆ ਹੈਗਾ, ਤੇ ਅਸੀਂ ਆਰਥਿਕ ਪੱਖੋਂ ਬਿਲਕੁਲ ਟੁੱਟ ਚੁੱਕੇ ਆ, ਤੇ ਸਾਡੇ ਕਈ ਸਾਥੀ ਤਾਂ ਮਰ ਵੀ ਚੁੱਕੇ ਨੇ, ਤੇ ਕਈ ਸਾਡੇ ਬਜ਼ੁਰਗ ਨੇ ਆ ਨਾਲ ਖੜੇ ਨੇ ਤੇ ਸਾਰੀ ਉਮਰ ਕੰਮ ਕਰਿਆ ਬਈ ਇਹਨਾਂ ਨੇ, ਇਹਨਾਂ ਨੂੰ ਨਾ ਕੋਈ ਰਿਟਾਇਰਮੈਂਟ ਦਾ ਪੈਸਾ ਇਹਨਾਂ ਨੂੰ ਤੇ ਨਾ ਹੀ ਕੋਈ ਹਿਸਾਬ ਕਿਤਾਬ ਕੁਝ ਨਹੀਂ ਦੇ ਪਾ। ਪ੍ਰਸ਼ਾਸਨ ਸਾਰੇ ਪਾਸੇ ਘੁੰਮ ਕੇ ਥੱਕ ਲਏ, ਕੋਈ ਨਹੀਂ ਸੁਣ ਰਿਹਾ ਹੈਗਾ, ਤੇ ਹੁਣ ਤਾਂ ਇੱਕੋ ਹੱਲ ਰਹਿ ਗਿਆ ਵੀ ਸਾਨੂੰ ਸੜਕਾਂ ਮਜਬੂਰ ਹੋ ਕੇ ਸਾਨੂੰ ਆਪਣੇ ਬੱਚਾ ਢਿੱਡ ਪਾਲਣੇ ਖਾਤਰ ਸੜਕਾਂ ਤੇ ਉਤਰਨਾ ਪੈਣਾ ਹੈ। ਅਸੀਂ ਕੰਪਨੀ ਨਾਲ ਵੀ ਕੰਪਰੋਮਾਈਜ਼ ਕਰਕੇ ਬਹੁਤ ਕੁਝ ਕਰਕੇ ਦੇਖ ਲਿਆ ਪਰ ਕੋਈ ਨਹੀਂ ਸੁਣ ਰਿਹਾ ਹੈਗਾ। ਕਰੋ ਜਾਂ ਮਰੋ ਦੀ ਸਥਿਤੀ ਆਈ ਹੁਣ ਬਸ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਸਾਥੀਓ ਇਹ ਸੀਗਾ ਜਿਹੜਾ ਆਪਾਂ ਨੇ ਤੁਹਾਡੇ ਨਾਲ ਗੱਲ ਕਰਵਾਈ ਹੈ ਜੀ। DCM ਫੈਕਟਰੀ ਦੇ ਜਿਹੜੇ DCM ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਹਿਬ, ਪੂਰੇ ਵਰਕਰ ਸਾਥੀ ਜਿਹੜੇ ਮੌਜੂਦ ਸਨ। ਸੋ ਉਹਨਾਂ ਦਾ ਸਿਰਫ ਕਹਿਣ ਦਾ ਮੁੱਦਾ ਸਿਰਫ ਇੱਕੋ ਹੈ ਕਿ ਜੋ ਹੋ ਗਿਆ ਜਾਂ ਚੱਲ ਰਿਹਾ, ਸਿਰਫ ਮੁੱਦਾ ਇੱਕੋ ਕਿ ਜਿਹੜੀ ਸਾਡੀ ਫੈਕਟਰੀ ਹੈ DCM ਫੈਕਟਰੀ, ਸੋ ਧਰਨੇ ਵੀ ਲਗਾਏ ਜਾ ਰਹੇ ਨੇ, ਤੁਸੀਂ ਦੇਖਦੇ ਆ ਨਾਅਰੇ ਲਗਾਏ ਜਾ ਰਹੇ ਆ। DCM ਮੈਨੇਜਮੈਂਟ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ। ਸੋ ਮਸਲਾ ਇੱਕ ਹੀ ਹੈ ਦੋਸਤੋ ਕਿ ਫੈਕਟਰੀ ਨੂੰ ਜਿਹੜਾ ਚਲਾਇਆ ਜਾਵੇ। 1000 ਤੋਂ ਵੱਧ ਜਿਹੜੇ ਮਜ਼ਦੂਰ ਸਾਥੀ, ਵਰਕਰ ਸਾਥੀ, ਉਹਨਾਂ ਦਾ ਰੋਜ਼ਗਾਰ ਹੈ ਜਿਹੜਾ
ਰੁਜ਼ਗਾਰ ਖੋ ਚੁੱਕੇ ਆ ਉਹਨਾਂ ਨੂੰ ਵਾਪਸ ਦਿਲਾਇਆ ਜਾਵੇ। ਸੋ ਥੈਂਕ ਯੂ ਵੈਰੀ ਮਚ ਸਾਥੀ। ਬੇਨਤੀ ਕਰਾਂਗੇ, ਰਿਕੁਐਸਟ ਕਰਾਂਗੇ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮਚ।